ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਪਜੀ ਖਹਿਰਾ ਤੇ ਸਭ ਤੋਂ ਪਹਿਲਾਂ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਜੁੜੇ ਹੋਏ ਹੋ ਇਸ ਲਾਈਵ ਸੈਸ਼ਨ ਦੇ ਨਾਲ। ਤੇ ਇੱਥੋਂ ਅਸੀਂ ਦਿੱਲੀ ਪਹੁੰਚੇ ਹੋਏ ਹਾਂ, ਸਿੰਘੂ ਬਾਰਡਰ। ਤੇ ਇਸ ਸੰਘਰਸ਼ ਦੇ ਨਾਲ ਮੈਂ ਬਹੁਤ ਪਹਿਲਾਂ ਦੀ ਜੁੜੀ ਹੋਈ ਹਾਂ ਤੇ ਅੱਜ ਫਿਰ ਮੈਨੂੰ ਲੱਗਾ ਕਿ ਮੈਨੂੰ ਜਾਣਾ ਚਾਹੀਦਾ ਆ, ਮੇਰਾ ਫਰਜ਼ ਆ। ਜਿੱਦਾਂ ਕਿ ਮੈਂ ਹਮੇਸ਼ਾ ਕਹਿੰਦੀ ਹਾਂ, ਔਰ ਸਿਰਫ ਫਰਜ਼ ਹੀ ਨਹੀਂ ਆ, ਮੈਨੂੰ ਇਹ ਮੇਰੀ ਰੂਹ ਤੋਂ ਆਵਾਜ਼ ਆਉਂਦੀ ਆ ਕਿ ਮੈਨੂੰ ਜਾਣਾ ਚਾਹੀਦਾ ਆ। ਸੋ ਮੈਂ ਅੱਜ ਫਿਰ ਇੱਥੇ ਤੁਹਾਡੇ ਸਾਰਿਆਂ ਨਾਲ ਸੰਘਰਸ਼ ਦੇ ਵਿੱਚ ਸ਼ਾਮਿਲ ਹੋਈ ਹਾਂ। ਅਤੇ ਅਗੇਨ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਇਹ ਲਾਈਵ ਸੈਸ਼ਨ ਦੇ ਥਰੂ ਸਾਡੇ ਨਾਲ ਜੁੜੇ ਹੋਏ ਹੋ। ਜਪਜੀ ਜੀ, ਤੁਸੀਂ ਕਿੰਨੀ ਦੇਰ ਤੋਂ ਇਸ ਧਰਨੇ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਹੋ? ਕਿੰਨੀ ਦੇਰ ਤੋਂ? ਕਾਫੀ ਮਹੀਨੇ ਹੋ ਗਏ ਨੇ, ਲਗਭਗ ਮੈਨੂੰ ਲੱਗਦਾ 5-6 ਮਹੀਨੇ ਹੋ ਗਏ ਨੇ ਇਸ ਅੰਦੋਲਨ ਨੂੰ ਚੱਲਦੇ ਹੋਇਆ। ਔਰ ਸਟਾਰਟਿੰਗ ਤੋਂ ਆਈ ਥਿੰਕ 24 ਸੈਪਟੈਂਬਰ ਤੋਂ, ਇਫ ਆਮ ਨਾਟ ਰੋਂਗ, 24 ਸੈਪਟੈਂਬਰ ਤੋਂ ਅਸੀਂ ਮੋਗੇ ਤੋਂ ਸ਼ੁਰੂ ਕੀਤਾ ਸੀ। ਮੋਗੇ ਦੇ ਪਿੰਡਾਂ 'ਚ ਜਾ ਕੇ ਅਸੀਂ ਅਵੇਅਰਨੈਸ ਫੈਲਾਈ ਸੀ ਔਰ ਕਿ ਜੋ ਇਹ ਬਿੱਲ ਜਿਹੜੇ ਨੇ ਪਾਸ ਹੋਏ ਨੇ ਇਹ ਸਾਡੇ ਲਈ ਸਹੀ ਨਹੀਂ ਆ। ਅਵੇਅਰਨੈਸ ਦੇਖ ਲਓ, ਫੋਨ ਵੀ ਮੰਨ ਗਿਆ ਕਿ ਬਿੱਲ ਸਹੀ ਨਹੀਂ ਆ। ਲੱਗ ਗਿਆ ਫੋਨ, ਟੁੱਟ ਤਾਂ ਨਹੀਂ ਗਿਆ? ਅੱਛਾ ਜੀ। ਅਤੇ 24 ਸੈਪਟੈਂਬਰ ਤੋਂ ਹਾਂਜੀ ਅਸੀਂ ਜੁੜੇ ਹੋਏ ਹਾਂ। ਜਿੱਦਾਂ ਕਿ ਮੈਂ ਕਹਿ ਰਹੀ ਸੀ ਕਿ ਮੋਗੇ ਦੇ ਪਿੰਡਾਂ 'ਚ, ਆਸ-ਪਾਸ ਸਾਰੇ ਪਿੰਡਾਂ 'ਚ, ਓਵਲੇ ਏਰੀਆ 'ਚ, ਓਵਲੀ ਬੈਲਟ ਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੰਨਾ ਅਸੀਂ ਕਰ ਸਕਦੇ ਸੀ। ਔਰ ਉਦੋਂ ਪੰਜਾਬ ਵੀ ਬੰਦ ਹੋਣਾ ਸੀ, ਸੋ ਉਹ ਵੀ ਅਸੀਂ ਸਪੀਕਰਾਂ 'ਚ ਅਨਾਊਂਸ ਕੀਤਾ ਸੀ। ਪੂਰੀ ਪ੍ਰੋਪਰ ਰੈਲੀ ਕੱਢ ਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿੱਦਾਂ ਜਿਹੜੇ ਕਾਰਪੋਰੇਟ ਘਰਾਣੇ ਨੇ ਇਹ ਕਿੱਦਾਂ ਸਾਡੀਆਂ ਜ਼ਮੀਨਾਂ ਨੂੰ ਹੜੱਪਣ ਨੂੰ ਫਿਰਦੇ ਨੇ ਅਤੇ ਆਪਾਂ ਨੂੰ ਜਾਗਣਾ ਚਾਹੀਦਾ ਹੈ। ਉਦੋਂ ਇੰਨਾ ਲੋਕਾਂ ਦੇ ਵਿੱਚ ਸੀ ਨਹੀਂ ਆ ਕਿਉਂਕਿ ਨਵੀਂ ਚੀਜ਼ ਸੀ ਅਤੇ ਔਰ ਘੱਟ ਵੱਧ ਹੀ ਲੋਕੀ ਹੰਗਾਰਾ ਭਰਦੇ ਸੀਗੇ। ਬਟ ਇਹ ਸੀ ਕਿ ਕੋਈ ਚੀਜ਼ ਨਵੀਂ, ਕੋਈ ਲਹਿਰ ਇੱਦਾਂ ਉਦੋਂ ਲੱਗਦਾ ਸੀ ਕਿ ਇਹ ਸ਼ੁਰੂ ਹੋਊਗੀ ਔਰ ਜਿਹੜੀ ਕਿ ਹੋਈ ਵੀ ਆ। ਐਂਡ ਉਸ ਤੋਂ ਬਾਅਦ ਫਿਰ ਅਸੀਂ ਰੇਲਵੇ ਤੇ ਧਰਨੇ ਲਾਏ। ਜਿਹੜੇ ਰੇਲਵੇ ਟਰੈਕ ਸੀ ਉਹ ਬੰਦ ਕੀਤੇ। ਉੱਥੇ ਜੰਡਿਆਲੇ ਦੇ ਲਾਗੇ ਹੈ ਜਿਹੜਾ ਰੇਲਵੇ ਟਰੈਕ, ਉੱਥੇ ਅਤੇ ਅੰਮ੍ਰਿਤਸਰ ਦੇ ਲਾਗੇ। ਅਤੇ ਉਸ ਤੋਂ ਬਾਅਦ ਫਿਰ ਦਿੱਲੀ ਵਾਲਾ ਸਿਲਸਿਲਾ ਜਿਹੜਾ ਇਹ ਸ਼ੁਰੂ ਹੋ ਗਿਆ। ਅਤੇ ਇੱਥੇ ਵੀ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ, ਸ਼ੂਟਿੰਗ ਹੋਣ ਦੇ ਬਾਵਜੂਦ ਵੀ, ਕਿ ਮੈਂ ਵਿੱਚੋਂ ਜਾਵਾਂ। ਅਤੇ ਉਦੋਂ ਤੱਕ ਚੈਨ ਨਹੀਂ ਸੀ ਆ ਰਿਹਾ। ਮੈਨੂੰ ਯਾਦ ਆ ਮੇਰੀ ਸ਼ੂਟਿੰਗ ਸਟਾਰਟ ਸੀ ਔਰ ਮੈਨੂੰ ਚੈਨ ਨਹੀਂ ਸੀ ਆ ਰਿਹਾ ਕਿ ਮੈਂ ਇੱਥੇ ਸ਼ੂਟ ਕਰ ਰਹੀ ਹਾਂ ਅਤੇ ਮੇਰੇ ਸਾਰੇ ਕਿਸਾਨ ਵੀਰ, ਭਰਾ, ਬਜ਼ੁਰਗ, ਇੱਥੋਂ ਤੱਕ ਕਿ ਮਾਵਾਂ ਵੀ ਇੱਥੇ ਆਣ ਕੇ ਬੈਠੀਆਂ ਹੋਈਆਂ ਨੇ। ਅਤੇ ਮੈਂ ਸਰ ਨੂੰ ਰਿਕੁਐਸਟ ਕੀਤੀ ਸੀ ਕਿ ਪਲੀਜ਼ ਮੈਨੂੰ ਕੁਛ ਦਿਨ ਆਫ ਦਿਓ, ਮੈਂ ਜਾ ਕੇ ਮਤਲਬ ਮੈਨੂੰ ਚੈਨ ਨਹੀਂ ਹੈਗਾ ਅਤੇ ਮੈਂ ਜਾਣਾ ਚਾਹੁੰਦੀ ਹਾਂ। ਸੋ ਬਹੁਤ ਟਾਈਮ ਤੋਂ ਜੁੜੇ ਹੋਏ ਹਾਂ ਅਤੇ ਸੰਘਰਸ਼ ਦੇ ਵਿੱਚ। ਅਤੇ ਇਹੀ ਅਰਦਾਸ ਆ ਪਹਿਲੇ ਦਿਨ ਤੋਂ ਹੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਜਿਹੜਾ ਅਸੀਂ ਇਹ ਜੰਗ, ਇਹ ਛੋਟੀ ਮੋਟੀ ਜੰਗ ਨਹੀਂ, ਬਹੁਤ ਵੱਡੀ ਲੜਾਈ ਆ। ਇਹ ਜਿਹੜਾ ਅਸੀਂ ਇਹ ਸਿਲਸਿਲਾ ਸ਼ੁਰੂ ਕੀਤਾ ਆ, ਇਹ ਸੰਘਰਸ਼ ਸ਼ੁਰੂ ਕੀਤਾ ਆ, ਇਹਦੇ 'ਚ ਫਤਿਹ ਪ੍ਰਾਪਤ ਕਰਕੇ ਹੀ ਆਪਣੇ ਘਰਾਂ ਨੂੰ ਜਾਈਏ ਸੁਖੀ ਸਾਂਦੀ ਸਾਰੇ। ਤੁਹਾਨੂੰ ਇੱਥੇ ਕਿੱਦਾਂ ਦਾ ਲੱਗ ਰਿਹਾ? ਕਿਉਂਕਿ ਕਈ ਵਾਰੀ ਇਹ ਸੁਣਨ ਚਾਹੁੰਦਾ, ਲੋਕੀ ਕਹਿੰਦੇ ਜੀ ਕਿ ਖਾਲਿਸਤਾਨੀ ਐਲੀਮੈਂਟ ਹੈ ਜਾਂ ਇੱਥੇ ਦਾ ਮਾਹੌਲ ਠੀਕ ਨਹੀਂ ਹੈ। ਤੁਸੀਂ ਕਾਫੀ ਟਾਈਮ ਇੱਥੇ ਸਮਾਂ ਬਿਤਾਇਆ ਵੀ ਹੈ, ਕਿੱਦਾਂ ਦਾ ਫੀਲ ਕਰਦੇ ਹੋ ਤੁਸੀਂ ਇੱਥੇ? ਮੈਂ ਜਿੰਨੀ ਵਾਰੀ ਆਉਂਦੀ, ਮੈਨੂੰ ਨਾ ਹਰ ਵਾਰੀ ਅਸੀਂ ਜਦੋਂ ਵੀ ਸਟੇਜ 'ਤੇ ਜਾਂਦੇ ਹਾਂ ਨਾ, ਉਸ ਤੋਂ ਪਹਿਲਾਂ ਜਿੱਦਾਂ ਮੀਡੀਆ ਕਵਰੇਜ ਹੁੰਦੀ ਹੈ ਤਾਂ ਉੱਥੇ ਇਹੀ ਸਵਾਲ ਪੁੱਛਿਆ ਜਾਂਦਾ ਕਿ ਆਪਣੇ 'ਤੇ ਅੱਜ ਆਹ ਇਲਜ਼ਾਮ ਲੱਗ ਰਿਹਾ, ਅੱਜ ਆਪਾਂ ਨੂੰ ਅੱਤਵਾਦੀ ਕਹਿ ਰਿਹਾ, ਖਾਲਿਸਤਾਨੀ ਕਹਿ ਰਿਹਾ, ਇਹ ਕਹਿ ਰਹੇ, ਉਹ ਕਹਿ ਰਿਹਾ। ਅਤੇ ਮੇਰਾ ਹਰ ਵਾਰੀ ਇਹੀ ਜਵਾਬ ਹੁੰਦਾ ਕਿ ਮੈਂ ਪਹਿਲੇ ਦਿਨ ਵੀ ਇਹੀ ਅਨਾਊਂਸ ਕੀਤਾ ਸੀਗਾ ਜਦੋਂ ਸਟੇਜ 'ਤੇ ਮੌਕਾ ਮਿਲਿਆ ਮੈਨੂੰ ਬੋਲਣ ਦਾ ਵੀ, ਕਿ ਆਪਣੇ 'ਤੇ ਹਰ ਤਰ੍ਹਾਂ ਦੇ ਇਲਜ਼ਾਮ ਲੱਗਣਗੇ, ਹਰ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਉਹ ਘੜੀਆਂ ਜਾਣਗੀਆਂ, ਹਰ ਤਰ੍ਹਾਂ ਦੇ ਏਜੰਡੇ ਆਪਣੇ 'ਤੇ ਮਤਲਬ ਥੋਪਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਇਹ ਇੱਦਾਂ ਨਹੀਂ ਅਤੇ ਇਹਨਾਂ ਨੂੰ ਇੱਦਾਂ ਢਹਿ ਲੈਂਦੇ ਆ, ਹੈ ਨਾ। ਅਤੇ ਇਹ ਆਪਣਾ ਜਿਹੜਾ ਸਬਰ ਆ ਹੁਣ ਤੱਕ ਦਾ, ਜਿਹੜਾ ਆਪਣਾ ਪੇਸ਼ੈਂਸ, ਜਨੂੰਨ ਅਤੇ ਜਜ਼ਬਾ ਹੀ ਆਪਾਂ ਨੂੰ ਇੰਨਾ ਲੰਬਾ ਸਮਾਂ ਜਿਹੜਾ ਆਪਾਂ ਖਿੱਚ ਕੇ ਲੈ ਗਏ ਹਾਂ। ਨਹੀਂ ਤਾਂ ਇਹ ਜਿੱਦਾਂ ਇਹਨਾਂ ਨੇ ਆਪਣੇ 'ਤੇ ਇਲਜ਼ਾਮ ਲਗਾਉਣੇ ਸ਼ੁਰੂ ਕੀਤੇ ਸੀਗੇ, ਅੱਤਵਾਦੀ ਹੋ ਗਿਆ, ਇਹ ਉਹ, ਫਿਰ ਵਿੱਚ ਕੰਗਣਾ ਦਾ ਸਿਲਸਿਲਾ ਸ਼ੁਰੂ ਹੋ ਗਿਆ, ਹਰ ਤਰ੍ਹਾਂ ਮਤਲਬ ਆਪਾਂ ਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਮੈਂ ਇਹੀ ਗੱਲ ਕਹਿੰਦੀ ਆਈ ਹਾਂ ਕਿ ਇਹ ਚੀਜ਼ਾਂ ਤੋਂ ਆਪਾਂ ਬਚ ਕੇ ਰਹਿਣਾ, ਇਹ ਆਪਣਾ ਫੋਕਸ ਨਹੀਂ ਹੈਗਾ। ਆਪਣਾ ਫੋਕਸ, ਆਪਣਾ ਮੁੱਦਾ ਸਿਰਫ ਇੱਕ ਹੀ ਆ ਕਿ ਇਹ ਜਿਹੜੇ ਬਿੱਲ ਆ ਇਹ ਰੱਦ ਹੋਣੇ ਚਾਹੀਦੇ ਆ। ਬਾਕੀ ਤਾਂ ਸਾਰਾ ਆਪਣੇ ਇਮਤਿਹਾਨ ਹੀ ਹੋ ਰਹੇ ਆ, ਸਾਰੇ ਟੈਸਟ ਆ ਜਿਹੜੇ ਕਿ ਆਪਾਂ ਪਾਸ ਕਰ ਲਏ ਹੁਣ ਤੱਕ। ਖੁਸ਼ਖਬਰੀ ਜਿਹੜੀ ਉਹ ਇਹ ਆ, ਔਰ ਕਰਾਂਗੇ, ਅੱਗੇ ਵੀ ਬਹੁਤ ਕੁਛ ਹੋਏਗਾ। ਸੋ ਵੱਧਦੇ ਜਾਣਾ ਅੱਗੇ। ਇਹ ਚੀਜ਼ਾਂ ਨੂੰ ਅਣਸੁਣੀਆਂ ਕਰਕੇ ਇੱਕ ਕੰਨ 'ਚੋਂ ਸੁਣੋ, ਦੂਜੇ 'ਚੋਂ ਕੱਢ ਦਿਓ, ਇਹ ਉਹਨਾਂ ਦੇ ਸਕੀਮਾਂ ਨੇ। ਅਤੇ ਉਹ ਵੀ ਆਪਣੀ ਕੋਸ਼ਿਸ਼ ਕਰਨਗੇ ਕਿਉਂਕਿ ਓਪੋਜੀਸ਼ਨ 'ਚ ਨੇ, ਤਾਂ ਉਹ ਤਾਂ ਕੋਸ਼ਿਸ਼ ਕਰਨਗੇ ਹਰ ਤਰ੍ਹਾਂ ਦੀ ਗੇਮ ਖੇਲਣ ਦੀ। ਸੋ
ਕੱਲ ਜਿਹੜਾ ਕੱਲ ਲੰਘ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ ਸੀ। ਕੱਲ ਦੀ ਸਾਰੀ ਸਟੇਜ ਜਿਹੜੀ ਹੈ ਫੀਮੇਲ ਮੈਂਬਰਸ ਨੇ ਸਾਂਭੀ ਹੈ ਜੀ ਜਿਹਦੇ ਸੰਬੰਧ ਚ ਸ਼ਾਇਦ ਤੁਹਾਡਾ ਇੱਕ ਗੀਤ ਵੀ ਆਇਆ, ਉਹਦੇ ਬਾਰੇ ਕੁਝ ਪਲੀਜ਼ ਸ਼ੇਅਰ ਕਰੋ। ਹਾਂਜੀ, ਸਾਡਾ ਕੱਲ ਇਹ ਹੋਇਆ ਜਿਹੜੀ ਮੂਵਮੈਂਟ ਤੁਸੀਂ ਕਹਿ ਰਹੇ ਹੋ ਲੇਡੀਜ਼ ਵੱਲੋਂ, ਔਰ ਬਹੁਤ ਵੱਡਾ ਇਕੱਠ ਸੀਗਾ ਤੇ ਭੈਣਾਂ ਵੀ ਕਿਸੇ ਤੋਂ ਘੱਟ ਨਹੀਂ ਹੈ। ਹੁਣ ਪ੍ਰੂਫ ਕਰਨ ਦੀ ਤਾਂ ਲੋੜ ਹੀ ਨਹੀਂ ਸੀ ਕਿਉਂਕਿ ਸਾਰਿਆਂ ਨੂੰ ਪਹਿਲਾਂ ਪਤਾ ਹੀ ਆ, ਬਟ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਐਵੀਡੈਂਸ ਦੇ ਤੌਰ ਤੇ ਜਦੋਂ ਹੁਣ ਤੁਸੀਂ ਫੋਟੋਜ਼ ਦੇਖਦੇ ਹੋ ਤਾਂ ਤੁਸੀਂ ਖੁਦ ਗੱਲ ਕਰ ਰਹੇ ਸੀ ਕਿ ਮੈਂ ਹੈਰਾਨ ਸੀ ਕਿ ਵਾਓ ਇੰਨਾ ਘੱਟ ਬੀਬੀਆਂ ਦਾ। ਤੇ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਜਿਹੜੇ ਕਿਸਾਨ ਵੀਰ ਆ ਉਹਨਾਂ 'ਚ ਹੋਰ ਜੋਸ਼ ਭਰਦੀਆਂ ਨੇ, ਉਹਨਾਂ ਨੂੰ ਹੋਰ ਕਰੇਜ ਮਿਲਦਾ ਆ ਕਿ ਸਾਡੀਆਂ ਬੀਬੀਆਂ ਭੈਣਾਂ ਮਾਵਾਂ ਸਾਡੇ ਨਾਲ ਖੜੀਆਂ ਨੇ ਤੇ ਅਸੀਂ ਇਹ ਲੜਾਈ ਜਿਹੜੀ ਹੈ ਮਤਲਬ ਪੂਰੀ ਜੋਸ਼ ਦੇ ਨਾਲ ਲੜਾਂਗੇ। ਤੇ ਸਾਡਾ ਗਾਣਾ ਹਾਂਜੀ ਜ਼ਰੂਰ ਆਇਆ, ਬਾਰਡਰ, ਹਰਫ ਚੀਮਾ ਜੀ ਉਹਨਾਂ ਨੇ ਇਹ ਗਾਣਾ ਗਾਇਆ, ਮੈਂ ਉਸ ਗਾਣੇ 'ਚ ਫੀਚਰ ਕੀਤਾ ਔਰ ਮੇਰਾ ਪਹਿਲਾ ਗਾਣਾ ਹੈ, ਮੈਂ ਕਦੀ ਗਾਣੇ ਨਹੀਂ ਇੱਦਾਂ ਕਰਦੀ। ਤੇ ਮੈਨੂੰ ਜਦੋਂ ਪਤਾ ਲੱਗਾ ਕਿ ਕਿਸਾਨ ਔਰ ਇਸ ਸੰਘਰਸ਼ ਨੂੰ ਲੈ ਕੇ ਇਹ ਗਾਣਾ ਬਣਿਆ ਤੇ ਮੈਨੂੰ ਇਹ ਲੱਗਦਾ ਸੀ ਕਿ ਜਿੰਨਾ ਮੇਰੇ ਤੋਂ ਹੋ ਸਕਦਾ ਮੈਂ ਕੰਟਰੀਬਿਊਟ ਕਰਾਂਗੀ। ਔਰ ਚਾਹੇ ਮੈਨੂੰ ਫੀਸ ਨਾ ਦਿਓ, ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਜਿਹੜੀ ਇਹ ਗੱਲ ਆ ਇਹ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ। ਚਾਹੇ ਕਿਉਂਕਿ ਅਸੀਂ ਐਂਟਰਟੇਨਮੈਂਟ ਇੰਡਸਟਰੀ 'ਚ ਕੰਮ ਕਰਦੇ ਹਾਂ ਤਾਂ ਮੈਨੂੰ ਇਸ ਮਾਧਿਅਮ ਨੂੰ ਕਿਉਂ ਨਾ ਯੂਜ਼ ਕਰਕੇ ਤੇ ਹੋਰ ਇਹ ਜਿਹੜੇ ਸੰਘਰਸ਼ ਦੇ ਬਾਰੇ ਇਹ ਅਵੇਅਰਨੈਸ ਜਿਹੜੀ ਉਹ ਫੈਲਾਈ ਜਾਵੇ ਸਾਰਿਆਂ ਨੂੰ। ਸੋ ਹੁਣ ਜਦੋਂ ਗਾਣਾ ਸੁਣਦੇ ਆ ਸਾਰੇ ਕਹਿੰਦੇ ਆ ਕਿ ਬਹੁਤ ਵਧੀਆ, ਔਰ ਜੋ ਹੁਣ ਚੱਲ ਰਿਹਾ ਉਹਦੇ ਤੇ ਬੇਸਡ ਆ, ਉਹਦੇ ਤੇ ਗਾਣਾ ਉਹਨਾਂ ਨੇ ਗਾਇਆ, ਹਰਫ ਔਰ ਗੁਰਲੇਜ਼ ਅਖਤਰ ਨੇ। ਦੇਖਿਆ ਜਾ ਰਿਹਾ ਜਿੱਦਾਂ ਸਰਕਾਰ ਨਾ ਕਈ ਚੀਜ਼ ਦੇ ਡਰਾਵੇ ਜਾਂ ਲੋਕਾਂ ਦਾ ਗਲਤ ਉਹਨਾਂ ਨੂੰ, ਜਿਵੇਂ NIA ਦੇ ਤੁਸੀਂ ਦੇਖੇ ਹੋਣਗੇ ਕਈਆਂ ਨੂੰ ਆਪਣੇ ਨੋਟਿਸ ਆਏ ਨੇ। ਮੈਨੂੰ ਹੁਣੇ ਕਮੈਂਟ ਵੀ ਆਇਆ, ਮੈਂ ਉਹੀ ਸਵਾਲ ਪੁੱਛਣਾ, ਮੈਨੂੰ ਕਮੈਂਟ ਆਇਆ, ਮੈਂ ਇਹ ਨਹੀਂ ਕਹਿ ਰਹੀ ਮੈਨੂੰ ਨੋਟਿਸ ਆਇਆ, ਵਾਹਿਗੁਰੂ ਸੱਚੇ ਪਾਤਸ਼ਾਹ, ਬਟ ਕੋਈ ਨਾ। ਤੁਸੀਂ ਮਤਲਬ ਉਸ ਮਾਹੌਲ ਦੇ ਚਲਦੇ ਵੀ ਗਾਣੇ 'ਚ ਪਾਰਟਿਸਿਪੇਟ ਕੀਤਾ ਹੈ, ਤੁਸੀਂ ਵੱਧ ਚੜ੍ਹ ਕੇ ਸਪੋਰਟ ਦੇ ਰਹੇ ਹੋ। ਮੇਰਾ ਉਹੀ ਅਗਲਾ ਸਵਾਲ ਸੀ ਕਿ ਤੁਹਾਨੂੰ ਕੋਈ ਉੱਦਾਂ ਦੇ ਨੋਟਿਸ ਜਾਂ ਉਹ ਚੀਜ਼ਾਂ ਦਾ ਕੋਈ ਡਰਾਵਾ ਧਮਕਾਵਾ ਤਾਂ ਨਹੀਂ ਹੋ ਰਿਹਾ? ਨਹੀਂ, ਇੱਦਾਂ ਦਾ ਤੇ ਵਾਹਿਗੁਰੂ ਦੀ ਮਿਹਰ ਨਾਲ ਸੱਚੇ ਪਾਤਸ਼ਾਹ ਅਜੇ ਤਾਂ ਕੁਛ ਇੱਦਾਂ ਦਾ ਹੈ ਨੀਗਾ। ਤੇ ਬਾਕੀ ਜਿੱਦਾਂ ਜਥੇਬੰਦੀਆਂ ਨੇ ਵੀ ਕਿਹਾ ਕਿ ਸਾਰੇ ਨਾਲ ਆ, ਐਂਡ ਕੋਈ ਵੀ ਅਗਰ ਇੱਦਾਂ ਦਾ ਆਉਂਦਾ, ਜਿੰਨੀ ਕਿ ਮੈਨੂੰ ਇਨਫੋਰਮੇਸ਼ਨ ਮਿਲੀ ਆ ਉਹਦੇ ਅਕੋਰਡਿੰਗਲੀ ਤਾਂ ਇਹੀ ਆ ਕਿ ਮੈਂ ਕਿਸਾਨ ਦੀ ਧੀ ਹਾਂ। ਸੋ ਮੈਂ ਪਹਿਲੇ ਦਿਨ ਤੋਂ ਇਹ ਜਦੋਂ ਸਟੈਂਡ ਲਿਆ ਕਿ ਮੈਂ ਨਾਲ ਖੜਨਾ ਆ, ਇੱਕ ਆਪਣਾ ਫਰਜ਼ ਨਹੀਂ ਸੀਗਾ। ਮੈਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਮੇਰੇ ਰੂਹ ਤੋਂ ਆਵਾਜ਼ ਆਈ ਕਿ ਮੈਨੂੰ ਨਾਲ ਖੜਨਾ ਚਾਹੀਦਾ। ਮੇਰੇ ਦਾਦੇ ਪੜਦਾਦੇ ਸਾਰੇ ਖੇਤੀ ਨਾਲ ਜੁੜੇ ਹੋਏ ਸੀ, ਔਰ ਇੱਥੋਂ ਤੱਕ ਕਿ ਮੇਰੇ ਫਾਦਰ ਸਾਹਿਬ ਜਿਹੜੇ ਕਿ 1.5 ਸਾਲ ਪਹਿਲਾਂ ਪੂਰੇ ਹੋ ਗਏ ਨੇ ਤੇ ਉਹਨਾਂ ਦਾ ਵੀ ਖੇਤੀ ਨਾਲ ਕਾਫੀ ਸੰਬੰਧ ਰਿਹਾ। ਮੈਂ ਪਿੰਡ 'ਚ ਵੀ ਕਾਫੀ ਟਾਈਮ ਸਪੈਂਡ ਕੀਤਾ ਆਪਣੀ ਲਾਈਫ ਦਾ, ਆਸਟ੍ਰੇਲੀਆ ਜਾਣ ਤੋਂ ਪਹਿਲਾਂ। ਤਾਂ ਮੇਰੀਆਂ ਬਹੁਤ ਯਾਦਾਂ ਨੇ। ਪਿੱਛੇ ਜੇ ਕੁਛ ਹਫ਼ਤੇ ਪਹਿਲਾਂ ਮੇਰੇ ਚਾਚਾ ਜੀ ਦੀ ਡੈਥ ਹੋ ਗਈ ਆ, ਉਹ ਕਾਫੀ ਜ਼ਮੀਨ ਦੇ ਮਾਲਿਕ ਸੀਗੇ, ਔਰ ਮੈਨੂੰ ਇਹੀ ਚੀਜ਼ ਨੇ ਇੱਕ ਬੰਦਿਆ ਹੋਇਆ ਸੀਗਾ ਕਿ ਚਲੋ ਸਾਡੇ ਪਾਪਾ ਨਹੀਂ ਹੈਗੇ ਤਾਂ ਚਾਚਾ ਜੀ ਹੈਗੇ, ਔਰ ਜ਼ਮੀਨ ਨੂੰ ਉਹ ਲੁੱਕ ਆਫਟਰ ਕਰ ਰਿਹਾ। ਉਹ ਤੁਸੀਂ ਯਕੀਨ ਨਹੀਂ ਮੰਨੋਗੇ, ਡੈਥ ਬੈਡ ਤੇ ਸੀਗੇ, ਔਰ ਜਿਸ ਬੰਦੇ ਨੂੰ ਮੌਤ ਸਾਹਮਣੇ ਦਿਸਦੀ ਹੋ, ਇੱਕ ਦਿਨ ਬਾਅਦ ਉਹਨਾਂ ਦੀ ਇਹ ਗੱਲ ਕਰਨ ਤੋਂ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ, ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਡੈਥ ਬੈਡ ਤੇ ਪਿਆ ਨੇ, ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਮੇਰੇ ਕਿਸਾਨ ਵੀਰਾਂ ਦਾ ਕੀ ਹੋਊਗਾ। ਹੱਥ ਉਹਨਾਂ ਦੇ ਕੰਮ ਰਹੇ ਸੀ, ਔਰ ਉਹਨਾਂ ਨੂੰ ਇਹ ਪਿਆ ਸੀ ਕਿ ਦਿੱਲੀ 'ਚ ਜਿਹੜੇ ਮੇਰੇ ਕਿਸਾਨ ਵੀਰ ਬੈਠੇ ਨੇ ਉਹਨਾਂ ਦਾ ਕੀ ਹੋਊਗਾ, ਕਿਉਂਕਿ ਉਸ ਬੰਦੇ ਨੇ ਖੇਤੀ ਕੀਤੀ ਆ, ਉਹਨੇ ਖੂਨ ਪਸੀਨਾ ਉਹਨਾਂ ਖੇਤਾਂ ਦੇ ਵਿੱਚ ਬਹਾਇਆ ਆ, ਠੀਕ ਹੈ ਨਾ। ਸੋ ਇਸ ਕਰਕੇ ਉਹ ਇਹ ਦਰਦ ਸਮਝ ਸਕਦੇ ਸੀ, ਔਰ ਮੌਤ ਸਾਹਮਣੇ ਆ, ਔਰ ਉਹਨਾਂ ਨੂੰ ਸਿਰਫ ਕਿਸਾਨ ਵੀਰਾਂ ਦਾ ਪਿਆ ਸੀ। ਔਰ ਮੈਂ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਇਹ ਗੱਲ ਕਹੀ, ਮੈਂ ਕਿਹਾ ਕਿ ਸਭ ਠੀਕ ਹੋ ਜਾਏਗਾ, ਆਪਾਂ ਹੌਸਲਾ ਹੀ ਦੇ ਸਕਦੇ ਹਾਂ, ਰਾਈਟ। ਸੋ ਇਸ ਤਰੀਕੇ ਨਾਲ ਇਹ ਮੇਰਾ ਜਿਹੜਾ ਇਰਾਦਾ, ਇਸ ਗੱਲ ਨੇ ਹੋਰ ਪੱਕਾ ਕਰ ਦਿੱਤਾ ਕਿ ਨਹੀਂ, ਮੈਂ ਹੁਣ ਐਂਡ ਤੱਕ ਜਿੰਨਾ ਵੀ ਹੋ ਸਕਦਾ ਮੈਂ ਸਾਥ ਇਸ ਸੰਘਰਸ਼ ਦੇ ਵਿੱਚ ਸਾਰਿਆਂ ਦਾ ਦਊਂਗੀ। ਇਹ ਉਹਨਾਂ ਦਾ ਸੰਘਰਸ਼ ਨਹੀਂ ਹੈ, ਬਲਕਿ ਮੇਰਾ ਵੀ ਉਹਨਾਂ ਹੀ ਸੰਘਰਸ਼ ਆ। ਔਰ ਇੱਕ ਕਿਸਾਨ ਦੀ ਧੀ ਹੋਣ ਦੇ ਨਾਤੇ ਜੇ ਮੇਰਾ ਫਰਜ਼ ਆ ਤੇ ਮੇਰੇ 'ਚ ਇੰਨੇ ਗੱਟਸ ਵੀ ਹੈਗੇ ਆ ਕਿ ਜਿਹੜੀ ਤੁਸੀਂ NIA ਇਹ ਉਹ ਗੱਲਾਂ ਬਾਤਾਂ ਕਰਦੇ ਹੋ ਕਿ ਇਹਦੇ ਨਾਲ ਸਾਹਮਣਾ ਕਰ ਸਕੀਏ, ਬਟ ਫਿਲਹਾਲ ਇੱਦਾਂ ਦਾ ਕੁਛ ਨਹੀਂ ਹੈਗਾ। 26 ਤਰੀਕ ਦੀ ਰੈਲੀ ਲਈ ਕੀ ਪ੍ਰੈਪਰੇਸ਼ਨਸ ਨੇ, ਤੁਸੀਂ ਉਹਦੇ 'ਚ ਪਾਰਟਿਸਿਪੇਟ ਕਰੋਗੇ ਤੇ ਤੁਹਾਡੇ ਵੱਲੋਂ ਇੱਕ ਲੋਕਾਂ ਨੂੰ ਸੱਦਾ ਵੀ ਹੋ ਰਿਹਾ ਉਹਦੇ ਲਈ? ਹਾਂਜੀ, ਜੇ ਮੈਂ ਚਾਹੁੰਦੀ ਤਾਂ ਮੈਂ ਸਿਰਫ 26 ਨੂੰ ਵੀ ਆ ਸਕਦੀ ਸੀ, ਬਟ ਮੈਨੂੰ ਇਹ ਸੀ ਕਿ ਨਹੀਂ, ਮੈਂ ਪਹਿਲਾਂ ਵੀ ਜਾਣਾ, ਮੈਨੂੰ ਜਦੋਂ ਟਾਈਮ ਮਿਲ ਰਿਹਾ, ਔਰ ਜਦੋਂ ਟਾਈਮ ਨਹੀਂ ਵੀ ਮਿਲਦਾ ਟਾਈਮ ਕੱਢ ਕੇ ਫਿਰ ਵੀ ਜਾਣਾ ਆ। ਸੋ ਕਿਉਂਕਿ ਮੇਰੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ, ਮੈਨੂੰ ਇਹ ਹੈ ਕਿ ਸ਼ਾਇਦ ਉਹ ਮੇਰੇ ਵੱਲ ਦੇਖ ਕੇ ਤੇ ਉਹ ਵੀ ਆਉਣ, ਔਰ ਇਸ ਚੀਜ਼ ਦੀ ਇੰਪੋਰਟੈਂਸ ਸਮਝਣ ਕਿ ਅਗਰ ਕਿਸਾਨ ਨਾ ਰਿਹਾ, ਸਾਡਾ ਅੰਨਦਾਤਾ ਨਾ ਰਿਹਾ, ਤੇ
ਇਹ ਗੱਲ ਸਿਰਫ ਕਿਸਾਨਾਂ ਦੀ ਵੀ ਨਹੀਂ ਆ, ਇਹ ਹਰ ਇੱਕ ਉਹ ਬੰਦੇ ਦੀ ਆ ਜਿਹੜਾ ਰੋਟੀ ਖਾਂਦਾ ਆ। ਐਂਡ ਆਫ ਦਾ ਡੇ ਇਹ ਬੰਦੇ ਨੂੰ ਜਿਹੜੀ ਆਪਣੀ ਹਰ ਇੱਕ ਦੇ ਘਰ ਦੇ ਵਿੱਚ ਕਿਚਨ ਹੈਗੀ ਔਰ ਹਰ ਇੱਕ ਉਸ ਇਨਸਾਨ ਨੂੰ ਇਹ ਚੀਜ਼ ਅਫੈਕਟ ਕਰਨ ਵਾਲੀ ਆਉਣ ਵਾਲੇ ਸਾਲਾਂ ਦੇ ਵਿੱਚ, ਜਿਹਦਾ ਕਿ ਅਸੀਂ ਰੌਲਾ ਹੁਣ ਦੁਹਾਈਆਂ ਪਾ ਰਹੇ ਹਾਂ ਕਿ ਗੱਲ ਸੁਣੋ ਬਿੱਲ ਰੱਦ ਕਰਵਾਈਏ ਆਪਾਂ ਔਰ ਨਾਲ ਜੁੜੋ। ਸੋ ਰਹੀ ਗੱਲ 26 ਤਰੀਕ ਦੀ, 26 ਨੂੰ ਅਸੀਂ ਇਹੀ ਪਲਾਨ ਕਰ ਰਹੇ ਹਾਂ ਕਿ ਜਿੰਨੀ ਜ਼ਿਆਦਾ ਅਵੇਅਰਨੈਸ ਫੈਲਾ ਸਕੀਏ, ਚਾਹੇ ਸਾਨੂੰ ਫਿਰ ਦੁਬਾਰਾ ਪਿੰਡਾਂ 'ਚ ਕਿਉਂ ਨਾ ਜਾ ਕੇ ਇਹ ਗੱਲ ਕਹਿਣੀ ਪਵੇ ਕਿ ਹਰ ਇੱਕ ਪਿੰਡ 'ਚੋਂ ਹਰ ਇੱਕ ਘਰ 'ਚੋਂ ਇੱਕ ਬੰਦਾ ਤੇ ਐਟਲੀਸਟ ਜ਼ਰੂਰ ਆਉਣਾ ਚਾਹੀਦਾ ਆ। ਟਰਾਲੀਆਂ ਭਰ ਕੇ ਤੁਸੀਂ ਆਓ ਸਾਰੇ ਜਾਣੇ। ਇੱਥੇ ਦੇਖੋ ਆਲਰੇਡੀ ਸਾਰੇ ਆਪਣੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਤੋਂ ਆਪਾਂ ਨੂੰ ਇੰਨਾ ਹੌਸਲਾ ਮਿਲਦਾ ਆ। ਤੇ ਜਦੋਂ ਬਜ਼ੁਰਗ ਸਿਰ ਤੇ ਹੋਣ ਤੇ ਉਦੋਂ ਉਹਨਾਂ ਦਾ ਆਸ਼ੀਰਵਾਦ ਨਾਲ ਹੋਵੇ ਤਾਂ ਫਿਰ ਤਾਂ ਡਰ ਕੇ ਘਰੇ ਬੈਠਣਾ ਹੀ ਨਹੀਂ ਚਾਹੀਦਾ। ਸੋ ਸਾਰਿਆਂ ਨੂੰ ਹੁਮ-ਹੁਮਾ ਕੇ ਪਹੁੰਚਣਾ ਚਾਹੀਦਾ ਆ ਤੇ ਇਸ ਸੰਘਰਸ਼ ਦੇ ਵਿੱਚ ਸਾਥ ਦਿਓ ਆਪਣਾ। ਹੁਣ ਲੋੜ ਹੈਗੀ, ਹੁਣ ਹੀ ਟਾਈਮ ਆ। ਜੇ ਇਹੀ ਟਾਈਮ ਆਪਾਂ ਹੁਣ ਹੱਥੋਂ ਗਵਾ ਲਿਆ ਬਾਅਦ 'ਚੋਂ ਕੁਛ ਨਹੀਂ ਰਹਿਣਾ ਔਰ ਆਪਣੀ ਹੋਂਦ ਵੀ ਖਤਮ ਹੋ ਜਾਣੀ ਆ। ਸਤਿ ਸ਼੍ਰੀ ਅਕਾਲ।